Hello students, so our today's topic is menstrual cycle. In the last class we have finished oogenesis. आज ਆਪਾਂ menstrual cycle ਬਾਰੇ ਦੇਖਾਂਗੇ and it is very important question according to board point of view. board exams ਦੇ ਵਿੱਚ ਇਸ ਤੋਂ ਕੁਛ ਨਾ ਕੁਛ question ਪੁੱਛਿਆ ਜਾਂਦਾ ਹੈ, ਠੀਕ ਹੈ, ਚਾਹੇ ਉਹ ਇਹਦੇ ਹਾਰਮੋਨਸ ਲੈਵਲਸ ਬਾਰੇ ਹੋਵੇ ਚਾਹੇ ਉਹ ਇਹਦੇ ਫੇਜ਼ਸ ਬਾਰੇ ਹੋਵੇ। ਸੋ ਆ ਡਾਇਗਰਾਮ ਜਿਹੜਾ ਇਹ ਸਾਰਾ ਕੁਝ ਐਕਸਪਲੇਨ ਕਰ ਦਿੰਦਾ ਹੈ, ਠੀਕ ਹੈ। ਇਹ ਇਹਦੇ ਹਾਰਮੋਨਸ ਨੂੰ ਵੀ ਐਕਸਪਲੇਨ ਕਰ ਦਿੰਦਾ ਹੈ, ਪਿਟਿਊਟਰੀ ਹਾਰਮੋਨਸ, ਓਵੇਰੀਅਨ ਹਾਰਮੋਨਸ ਜਿਹੜੇ ਨੇ, ਠੀਕ ਹੈ, ਅਤੇ ਸਾਰਾ ਕੁਝ ਐਕਸਪਲੇਨ ਕਰ ਦਿੰਦਾ ਹੈ। ਸੋ ਆ ਡਾਇਗਰਾਮ ਤੁਸੀਂ ਜ਼ਰੂਰ ਡਰॉ ਕਰਨਾ ਜਦੋਂ ਐਗਜ਼ਾਮ ਵਿੱਚ ਪੁੱਛਿਆ ਜਾਵੇ, ਠੀਕ ਹੈ। ਸੋ ਫਸਟ ਆਫ ਆਲ ਵਟ ਇਜ਼ ਮੈਂਸਟਰਲ ਸਾਈਕਲ। ਮੈਂਸਟਰਲ ਸਾਈਕਲ ਕੀ ਹੁੰਦਾ ਹੈ? ਇਟ ਇਜ਼ ਅ ਰਿਪਰੋਡਕਟਿਵ ਸਾਈਕਲ ਇਨ ਦ ਫੀਮੇਲ ਪ੍ਰਾਈਮੇਟਸ, ਠੀਕ ਹੈ। ਫੀਮੇਲ ਪ੍ਰਾਈਮੇਟਸ ਦੇ ਵਿੱਚ ਇੱਕ ਰਿਪਰੋਡਕਟਿਵ ਸਾਈਕਲ ਹੈ। ਪ੍ਰਾਈਮੇਟਸ ਕਿਹਨੂੰ ਕਹਿੰਦੇ ਆ ਆਪਾਂ? ਮੰਕੀਜ਼ ਨੂੰ, ਏਪਸ ਨੂੰ, ਹਿਊਮਨ ਬੀਂਗਸ ਨੂੰ। ਜਿਹੜੀ ਉਹਨਾਂ ਦੀ ਫੀਮੇਲਸ ਹੁੰਦੀਆਂ ਨੇ ਉਹਨਾਂ ਦੇ ਵਿੱਚ ਆਹ ਸਾਈਕਲ ਹੁੰਦਾ ਰਹਿੰਦਾ ਹੈ, ਠੀਕ ਹੈ। ਸੋ ਦਿਸ ਸਾਈਕਲ ਰਿਪੀਟਸ ਆਫਟਰ 28 ਡੇਜ਼, ਠੀਕ ਹੈ। 28 ਡੇਜ਼ ਤੋਂ ਬਾਅਦ ਇਹ ਸਾਈਕਲ ਫਿਰ ਤੋਂ ਰਿਪੀਟ ਹੁੰਦਾ ਹੈ। ਜਿਹੜੀਆਂ ਗਰਲਸ ਨੇ ਜਦੋਂ ਇਹ 11 ਜਾਂ 12 ਈਅਰਸ ਆਫ ਏਜ ਕਹਿ ਲਓ, ਜਦੋਂ ਦੈਟ ਮੀਨਸ ਇਹਨਾਂ ਦਾ ਪਬਰਟੀ ਟਾਈਮ ਹੁੰਦਾ ਹੈ, ਉਦੋਂ ਇਹਨਾਂ ਦਾ ਫਸਟ ਮੈਂਸਟਰਲ ਸਾਈਕਲ ਸਟਾਰਟ ਹੁੰਦਾ ਹੈ, ਜਿਹਨੂੰ ਆਪਾਂ ਕੀ ਕਹਿੰਦੇ ਹਾਂ? ਮਿਨੈਚ। So menarche, ठीक है, it is the first menstruation which begins at a puberty age. So ਆਪਾਂ ਦੇਖਾਂਗੇ ਕਿਉਂਕਿ ਇਹ 28 ਡੇਜ਼ ਦਾ ਪੀਰੀਅਡ ਹੈ, ਜਿਹੜਾ ਇਹਦਾ ਮਿਡਲ ਡੇ ਦੈਟ ਮੀਨਸ 14th ਡੇ ਹੈ ਜਿਹੜਾ, ਉਦੋਂ ਕੀ ਹੁੰਦਾ ਹੈ? ਓਵੂਲੂਸ਼ਨ ਟੇਕਸ ਪਲੇਸ। ਸੋ ਓਵੂਲੂਸ਼ਨ ਕੀ ਹੁੰਦਾ ਹੈ? ਰਿਲੀਜ਼ ਆਫ ਦ ਓਵਮ ਫਰੋਮ ਦ वन ऑफ द ओवरी, ठीक है। सो 14th डे ते की होगा? ओवरी चों एक ओवम रिलीज़ होगा, इनू आप ओवुलेशन कह देंगे हैं। सो ये मिडल दे विच साइकिल दे मिडल दे विच हुंदा है। दैन एज यू कैन सी इन द डायग्राम कि ये विच मेजर इवेंट्स शो कीतियां गईयां ने। सो 3 मेन फेजिस ने जो मैंस्ट्रुअल साइकिल दे विच आपां नूं वेखण नूं मिलदे ने। सो आ किहड़े-किहड़े फेज ने? Menstruation, follicular phase and luteal phase. So the phases of menstrual cycle are menstrual phase, second one is follicular phase and third one is luteal phase. Follicular phase ਨੂੰ ਆਪਾਂ proliferative phase ਵੀ ਕਹਿ ਦਿੰਦੇ ਹਾਂ, ਕਿਉਂਕਿ ਇਹਦੇ ਵਿੱਚ proliferation ਹੁੰਦੀ ਹੈ endometrium ਦੀ, that means multiplication ਹੁੰਦੀ ਹੈ। luteal phase ਨੂੰ ਆਪਾਂ secretory phase ਵੀ ਕਹਿ ਦਿੰਦੇ ਹਾਂ, ਠੀਕ ਹੈ, ਕਿਉਂਕਿ ਇਹਦੇ ਵਿੱਚ secretion ਹੁੰਦੀ ਹੈ। ਸੋ ਸਟਾਰਟਿੰਗ ਸਾਈਕਲ ਦੀ ਮੈਂਸਟਰਲ ਫੇਜ਼ ਦੇ ਨਾਲ ਹੁੰਦੀ ਹੈ, ਜੋ ਕਿ 3 to 5 ਡੇਜ਼ ਤੱਕ ਹੈਪਨ ਹੁੰਦਾ ਹੈ, ਠੀਕ ਹੈ। 3 to 5 ਡੇਜ਼ ਤੱਕ ਇਹ ਹੁੰਦਾ ਹੈ ਮੈਂਸਟਰੇਸ਼ਨ ਫੇਜ਼। ਇਹਦੇ ਵਿੱਚ ਕੀ ਹੁੰਦਾ ਹੈ? ਮੈਂਸਟਰਲ ਫਲੋ। ਮੈਂਸਟਰਲ ਫਲੋ ਕੀ ਹੁੰਦਾ ਹੈ? ਕਿਉਂਕਿ ਜਿਹੜੀ ਐਂਡੋਮੈਟਰੀਅਲ ਲੇਅਰ ਹੁੰਦੀ ਹੈ ਯੂਟਰਸ ਦੀ, ਉਹ ਬ੍ਰੇਕ ਹੋ ਜਾਂਦੀ ਹੈ, ਰਪਚਰ ਹੋ ਜਾਂਦੀ ਹੈ। ਐਂਡ ਆਲਸੋ ਉਹ ਜਿਹੜੀਆਂ ਉਹਦੀਆਂ ਬਲੱਡ ਵੈਸਲਸ ਹੁੰਦੀਆਂ ਨੇ ਉਹ ਵੀ ਰਪਚਰ ਹੋ ਜਾਂਦੀਆਂ ਨੇ, ਅਤੇ ਜਿਹੜਾ ਬਲੱਡ ਹੈ ਇਨ ਦ ਫੋਰਮ ਆਫ ਲਿਕੁਇਡ ਥਰੂ ਵੈਜਾਈਨਾ ਉਹ ਬਾਹਰ ਜਾਂਦਾ ਹੈ, ਠੀਕ ਹੈ। ਮੈਂਸਟਰੂਏਸ਼ਨ ਸਿਰਫ ਇੱਕ ਕੰਡੀਸ਼ਨ 'ਚ ਹੋ ਸਕਦਾ ਹੈ, ਜਦੋਂ ਜਿਹੜਾ ਓਵਮ ਹੈ ਉਹ ਫਰਟੀਲਾਈਜ਼ ਨਾ ਹੋਇਆ ਹੋਵੇ, ਠੀਕ ਹੈ। ਆਪਾਂ ਨੂੰ ਪਤਾ ਹੈ ਕਿ ਜਿਹੜਾ ਜੇ ਮੰਨ ਲਓ ਸਪਰਮ ਪ੍ਰੈਜੈਂਟ ਹੋਊਗਾ ਅਤੇ ਮਤਲਬ ਫੀਮੇਲ ਜੈਨੀਟਲ ਟਰੈਕਟ ਦੇ ਵਿੱਚ, ਅਤੇ ਜਿਹੜਾ ਓਵਮ ਹੈ ਉਹਦੀ ਫਰਟੀਲਾਈਜੇਸ਼ਨ ਹੋਊਗੀ, ਬਟ ਜੇ ਸਪਰਮ ਪ੍ਰੈਜੈਂਟ ਨਹੀਂ ਹੈਗਾ ਫਿਰ ਓਵਮ ਜਿਹੜਾ ਹੈ ਉਹਦੀ ਫਰਟੀਲਾਈਜੇਸ਼ਨ ਨਹੀਂ ਹੋਊਗੀ, ਦੈਟ ਮੀਨਸ ਮੈਂਸਟਰੂਏਸ਼ਨ ਹੋਊਗਾ ਹੀ ਹੋਊਗਾ। ਬਟ ਆਲਵੇਜ਼ ਇਟ ਇਜ਼ ਨਾਟ ਲਾਈਕ ਦੈਟ ਕਿ ਜੇ ਕਿਸੇ ਨੂੰ ਮੈਂਸਟਰਲ ਸਾਈਕਲ ਨਹੀਂ ਟਾਈਮ 'ਤੇ ਆਇਆ ਅਤੇ ਦੈਟ ਲੇਡੀ ਇਜ਼ ਪ੍ਰੈਗਨੈਂਟ, ਕਿਉਂਕਿ ਕਈ ਵਾਰ ਮੈਂਸਟਰੂਏਸ਼ਨ ਦੇ ਨਾ ਆਉਣ ਦਾ ਕਾਰਨ ਇਸ ਤੋਂ ਜਸਟ ਪ੍ਰੈਗਨੈਂਸੀ ਹੀ ਨਹੀਂ ਹੈ, ਕੁਛ ਹੋਰ ਵੀ ਕਾਰਨ ਹੋ ਸਕਦੇ ਨੇ। ਕੋਈ ਮੈਡੀਕਲ ਹੈਲਥ ਇਸ਼ੂ ਹੋ ਸਕਦਾ ਹੈ, ਕੋਈ ਜਿਵੇਂ ਆਪਾਂ ਮਤਲਬ ਅੱਜ ਕੱਲ੍ਹ ਬਹੁਤ ਸਟਰੈਸ ਲੈਂਦੇ ਹਾਂ, ਪੂਅਰ ਹੈਲਥ ਹੈ, ਆਪਣੀ ਡਾਈਟ ਪ੍ਰੋਪਰ ਨਹੀਂ ਹੈ, ਆਪਣੀ ਬੋਡੀ 'ਚ ਬਹੁਤ ਵੀਕਨੈਸ ਹੈ। ਸੋ ਕਈ ਕਾਰਨ ਹੋ ਸਕਦੇ ਨੇ ਮੈਂਸਟਰਲ ਸਾਈਕਲ ਦੇ ਟਾਈਮ 'ਤੇ ਨਹੀਂ ਆਉਣ ਦਾ, ਠੀਕ ਹੈ। ਸੋ ਦਿਸ ਇਜ਼ ਅ ਮੈਂਸਟਰਲ ਫੇਜ਼ ਜੋ ਕਿ 3 to 5 ਡੇਜ਼ ਤੱਕ ਹੁੰਦੀ ਹੈ। ਇਹਦੇ ਵਿੱਚ ਐਂਡੋਮੈਟਰੀਅਮ ਜਿਹੜੀ ਹੈ, ਆਪਣੀ ਐਂਡੋਮੈਟਰੀਅਮ ਦੀ ਵਾਲ ਜਿਹੜੀ ਹੈ ਉਹ ਆਪਾਂ ਦੇਖ ਸਕਦੇ ਹਾਂ, ਉਹ ਬ੍ਰੇਕ ਹੁੰਦੀ ਪਈ ਹੈ, ਅਤੇ ਇਨ ਦ ਫੋਰਮ ਆਫ ਬਲੱਡ ਉਹ ਥਰੂ ਵੈਜਾਈਨਾ ਬੋਡੀ 'ਚ ਰਿਲੀਜ਼ ਹੁੰਦਾ ਹੈ। ਨੈਕਸਟ ਇਜ਼ ਫੋਲੀਕੂਲਰ ਫੇਜ਼। ਸੋ ਨੈਕਸਟ ਫੇਜ਼ ਕਿਹੜੀ ਹੈ? ਫੋਲੀਕੂਲਰ ਫੇਜ਼। ਇਹਨੂੰ ਆਪਾਂ ਪ੍ਰੋਲੀਫਰੇਟਿਵ ਫੇਜ਼ ਵੀ ਕਹਿੰਦੇ ਹਾਂ, ਠੀਕ ਹੈ। ਸੋ ਮੈਂਸਟਰਲ ਫੇਜ਼ ਇਜ਼ ਫੋਲੋਡ ਬਾਏ ਦ ਫੋਲੀਕੂਲਰ ਫੇਜ਼। ਇਸ ਫੇਜ਼ ਦੇ ਵਿੱਚ ਕੀ ਹੁੰਦਾ ਕਿ ਜਿਹੜੇ ਪ੍ਰਾਇਮਰੀ ਫੋਲੀਕਲਸ ਨੇ
ਓਵਰੀ ਦੇ ਵਿੱਚ ਉਹ ਗਰੋ ਕਰਦੇ ਨੇ ਤੇ ਉਹ ਕਿਹਦੇ ਵਿੱਚ ਕਨਵਰਟ ਹੁੰਦੇ ਨੇ, ਗ੍ਰੈਫੀਅਨ ਫੋਲੀਕਲ, ਮੈਚੁਰ ਗ੍ਰੈਫੀਅਨ ਫੋਲੀਕਲ ਦੇ ਵਿੱਚ। ਸੋ ਯੂ ਕੈਨ ਸੀ ਇਨ ਦ ਡਾਇਗਰਾਮ ਆਲਸੋ ਆ ਪ੍ਰਾਇਮਰੀ ਫੋਲੀਕਲਸ ਨੇ ਉਹ ਗਰੋ ਕਰਦੇ ਪਏ ਨੇ ਤੇ ਉਹ ਮੈਚੁਰ ਫੋਲੀਕਲ ਦੇ ਵਿੱਚ ਕਨਵਰਟ ਹੁੰਦੇ ਪਏ ਨੇ। ਠੀਕ ਹੈ, ਨਾਟ ਓਨਲੀ ਦਿਸ, ਇੱਕ ਓਵਰੀ ਇਵੈਂਟਸ, ਓਵਰੀ ਦੇ ਵਿੱਚ ਹੀ ਇਵੈਂਟਸ ਨਹੀਂ ਹੁੰਦੀਆਂ, ਯੂਟਰਸ ਦੇ ਵਿੱਚ ਵੀ ਇਵੈਂਟਸ ਹੁੰਦੀਆਂ ਨਾਲ ਦੀ ਨਾਲ, ਸਾਈਡ ਬਾਏ ਸਾਈਡ ਸਾਈਮਲਟੇਨੀਅਸਲੀ। ਯੂਟਰਸ ਦੇ ਵਿੱਚ ਕੀ ਇਵੈਂਟਸ ਹੁੰਦੀਆਂ ਨੇ ਡਿਊਰਿੰਗ ਫੋਲੀਕੂਲਰ ਫੇਜ਼, ਜਿਹੜੀ ਯੂਟਰਸ ਦੀ ਐਂਡੋਮੈਟਰੀਅਮ ਲੇਅਰ ਹੈ ਉਹ ਰੀਜਨਰੇਟ ਕਰੂਗੀ। ਠੀਕ ਹੈ, ਉਹ ਆਪਣੇ ਆਪ ਨੂੰ ਰੀਜਨਰੇਟ, ਦੈਟ ਮੀਨਸ ਫਿਰ ਤੋਂ ਗਰੋ ਕਰੋ। ਕਿਉਂਕਿ ਆਪਾਂ ਦੇਖਿਆ ਸੀ ਕਿ ਮੈਂਸਟਰਲ ਫੇਜ਼ ਦੇ ਵਿੱਚ ਕੀ ਹੋਇਆ ਸੀ, ਇਨ ਮੈਂਸਟਰਲ ਫੇਜ਼ ਜਿਹੜੀ ਆਪਣੀ ਲੇਅਰ ਸੀ ਐਂਡੋਮੈਟਰੀਅਮ ਦੀ ਉਹ ਬ੍ਰੇਕ ਹੋ ਗਈ ਸੀ। ਹੁਣ ਡਿਊਰਿੰਗ ਫੋਲੀਕੂਲਰ ਫੇਜ਼ ਉਹਨੇ ਆਪਣੇ ਆਪ ਨੂੰ ਗਰੋ ਕਰਨਾ ਹੈ, ਫਿਰ ਤੋਂ ਬਣਾਉਣਾ ਹੈ। ਠੀਕ ਹੈ, ਥਰੂ ਮਲਟੀਪਲੀਕੇਸ਼ਨ, ਥਰੂ ਪ੍ਰੋਲੀਫਰੇਸ਼ਨ ਉਹ ਆਪਣੇ ਆਪ ਨੂੰ ਅਗੇਨ ਰੀਜਨਰੇਟ ਕਰਦੀ ਹੈ। ਸੋ ਆ ਜਿਹੜੇ ਚੇਂਜਸ ਨੇ, these changes in the ovary and also in the uterus, they are induced by changes in the levels of pituitary and ovarian hormones। ठीक है, ये ਜਿਹੜੇ levels ਨੇ ਜੋ ਆਪਾਂ ਦੇਖੇ ਨੇ, ਸੌਰੀ ਇਹ ਜਿਹੜੇ ਚੇਂਜਸ ਨੇ ਜੋ ਆਪਾਂ ਓਵਰੀਜ਼ ਦੇ ਵਿੱਚ ਦੇਖੇ ਨੇ, ਨਾਲ ਦੀ ਨਾਲ ਆਪਾਂ ਯੂਟਰਸ 'ਚ ਦੇਖੇ ਨੇ, ਇਹ ਚੇਂਜਸ ਕਿਹਦੇ ਕਰਕੇ ਹੁੰਦੇ ਨੇ, ਡਿਊ ਟੂ ਪਿਟਿਊਟਰੀ ਐਂਡ ਓਵੇਰੀਅਨ ਹਾਰਮੋਨਸ। ਸੋ ਕਿਹਨਾਂ ਦੇ ਕਰਕੇ ਹੁੰਦੇ ਨੇ, ਡਿਊ ਟੂ ਪਿਟਿਊਟਰੀ ਐਂਡ ਓਵੇਰੀਅਨ ਹਾਰਮੋਨਸ। ਸੋ ਐਜ਼ ਯੂ ਨੋ ਦੈਟ ਕਿ ਜਿਹੜੇ ਹਾਈਪੋਥੈਲੇਮਸ ਹੈ, ਕਿਉਂਕਿ ਉਹ ਸਟਿਮੂਲੇਟ ਕਰਦਾ ਹੈ ਗੋਨੈਡੋਟ੍ਰੋਪਿਨ ਰਿਲੀਜ਼ਿੰਗ ਹਾਰਮੋਨਸ ਨੂੰ, ਕੀ ਰਿਲੀਜ਼ ਕਰਨ ਲਈ, LH ਐਂਡ FSH ਰਿਲੀਜ਼ ਕਰਨ ਲਈ। ਠੀਕ ਹੈ, ਲਿਊਟਨਾਈਜ਼ਿੰਗ ਹਾਰਮੋਨ ਐਂਡ ਫੋਲੀਕੂਲਰ ਸਟਿਮੂਲੇਟਿੰਗ ਹਾਰਮੋਨ ਰਿਲੀਜ਼ ਕਰਨ ਲਈ। ਠੀਕ ਹੈ, ਸੋ ਗੋਨੈਡੋਟ੍ਰੋਪਿਨਸ ਦੀ ਜਿਹੜੀ ਸਿਕ੍ਰੀਸ਼ਨ ਆ ਡਿਊਰਿੰਗ ਦਿਸ ਫੋਲੀਕੂਲਰ ਫੇਜ਼ ਉਹ ਬਹੁਤ ਜ਼ਿਆਦਾ ਇਨਕਰੀਜ਼ ਹੋ ਜੂਗੀ ਐਂਡ ਉਹ ਕਿਹਨੂੰ ਸਟਿਮੂਲੇਟ ਕਰੂਗੀ, ਫੋਲੀਕੂਲਰ ਦੀ ਡਿਵੈਲਪਮੈਂਟ ਨੂੰ। ਦੈਟ ਮੀਨਸ ਕਿਹੜੀ ਫੋਲੀਕੂਲਰ, ਪ੍ਰਾਇਮਰੀ ਫੋਲੀਕਲਸ ਦੀ ਡਿਵੈਲਪਮੈਂਟ ਨੂੰ ਉਹ ਸਿਕ੍ਰੀਟ ਕਰੂਗੀ। ਠੀਕ ਹੈ, ਸੌਰੀ ਸਟਿਮੂਲੇਟ ਕਰੂਗੀ। ਨਾਲ ਦੀ ਨਾਲ ਈਸਟ੍ਰੋਜਨ ਦੀ ਸਿਕ੍ਰੀਸ਼ਨ ਹੋਊਗੀ। ਠੀਕ ਹੈ, ਨਾਲ ਦੀ ਨਾਲ ਇਹ ਜਿਹੜੇ ਫੋਲੀਕਲਸ ਨੇ, ਕਿਉਂਕਿ ਆਪਾਂ ਆਲਰੇਡੀ ਇਹਦੇ ਬਾਰੇ ਆਪਾਂ ਹਾਰਮੋਨਲ ਕੰਟਰੋਲ ਆਫ ਫੀਮੇਲ ਰਿਪਰੋਡਕਟਿਵ ਸਿਸਟਮ ਦੇ ਵਿੱਚ ਡਿਸਕਸ ਕੀਤਾ ਸੀ। ਨਾਲ ਦੀ ਨਾਲ ਕੀ ਹੋਊਗਾ, ਜਿਹੜੇ ਫੋਲੀਕਲਸ ਨੇ ਇਹਨਾਂ ਦੇ ਵਿੱਚ ਮਤਲਬ ਕਿਹਦੀ ਸਿਕ੍ਰੀਸ਼ਨ ਹੋਊਗੀ, ਈਸਟ੍ਰੋਜਨ ਹਾਰਮੋਨ ਦੀ ਸਿਕ੍ਰੀਸ਼ਨ ਹੋਊਗੀ। ਠੀਕ ਹੈ, ਸੋ ਯੂ ਕੈਨ ਸੀ ਦੈਟ ਕਿ 14th ਡੇ ਇੱਕ ਫੇਜ਼ ਇੱਦਾਂ ਦਾ, ਇੱਕ ਡੇ ਇੱਦਾਂ ਦਾ ਹੁੰਦਾ ਹੈ ਕਿ ਜਦੋਂ ਆ ਜਿਹੜੇ ਆਪਣੇ FSH ਤੇ ਲਿਊਟਨਾਈਜ਼ਿੰਗ ਹਾਰਮੋਨ ਨੇ ਉਹ ਪੂਰੇ ਪੀਕ 'ਤੇ ਹੁੰਦੇ ਨੇ। ਪੀਕ 'ਤੇ ਇਨ ਦਾ ਸੈਂਸ ਪੂਰੇ ਉਹ ਬਹੁਤ ਉੱਪਰ ਉਹਨਾਂ ਦਾ ਲੈਵਲ, ਹਾਈ ਲੈਵਲ ਹੋ ਜਾਂਦਾ ਹੈ, ਪੀਕ ਲੈਵਲ 14th ਡੇ 'ਤੇ। ਠੀਕ ਹੈ, due to this follicular development as well as secretion of estrogens by growing follicles. So the rapid secretion of LH leading to its maximum level। ठीक है, ਜਿਹੜਾ ਲਿਊਟਨਾਈਜ਼ਿੰਗ ਹਾਰਮੋਨ ਹੈ ਜਦੋਂ ਇਹਦਾ ਲੈਵਲ, ਜਦੋਂ ਇਹਦੀ ਸਿਕ੍ਰੀਸ਼ਨ ਬਹੁਤ ਜ਼ਿਆਦਾ ਹੋ ਜੂਗੀ, ਮੈਕਸੀਮਮ ਲੈਵਲ ਤੱਕ ਪਹੁੰਚ ਜੂਗੀ, ਕਦੋਂ ਪਹੁੰਚੂਗੀ, ਮਿਡ ਸਾਈਕਲ 'ਤੇ 14th ਡੇ 'ਤੇ। ਇਹਨੂੰ ਆਪਾਂ ਕੀ ਕਹਾਂਗੇ ਉਦੋਂ, LH surge। ਸੋ ਦਿਸ ਇਜ਼ LH surge। LH ਸਰਜ ਕੀ ਹੁੰਦੀ ਹੈ, ਜਦੋਂ ਲੈਵਲ ਬਹੁਤ ਜ਼ਿਆਦਾ ਲਿਊਟਨਾਈਜ਼ਿੰਗ ਹਾਰਮੋਨ ਦਾ ਜ਼ਿਆਦਾ ਹੋ ਜਾਂਦਾ ਹੈ, ਮਤਲਬ ਕਿ ਮੈਕਸੀਮਮ ਲੈਵਲ ਹੋ ਜਾਂਦਾ ਹੈ। ਜਦੋਂ ਆ LH ਸਰਜ ਹੋਊਗੀ ਉਦੋਂ ਕੀ ਹੋਊਗਾ, ਆਪਾਂ ਨੂੰ ਕਿਹੜਾ ਚੇਂਜ ਵੇਖਣ ਨੂੰ ਮਿਲੂਗਾ ਡਿਊਰਿੰਗ ਦਿਸ LH ਸਰਜ, ਉਦੋਂ ਜਿਹੜਾ ਗ੍ਰੈਫੀਅਨ ਫੋਲੀਕਲ ਹੈ ਆਪਣਾ ਉਹ ਰਪਚਰ ਹੋ ਜੂਗਾ। ਠੀਕ ਹੈ, ਜਿਹੜਾ ਆਪਣਾ ਮੈਚਿਓਰ ਫੋਲੀਕਲ ਹੈ, ਗ੍ਰੈਫੀਅਨ ਫੋਲੀਕਲ ਹੈ, ਤੁਸੀਂ ਦੇਖ ਸਕਦੇ ਹੋ ਡਾਇਗਰਾਮ ਦੇ ਵਿੱਚ, ਉਹਦੀ ਰਪਚਰਿੰਗ ਹੋ ਜਾਂਦੀ ਹੈ, ਉਹਦਾ ਬ੍ਰੇਕਡਾਊਨ ਹੋ ਜਾਂਦਾ ਹੈ ਤੇ ਉਹ ਕੀ ਰਿਲੀਜ਼ ਕਰਦਾ ਹੈ, ਇਟ ਰਿਲੀਜ਼ਸ ਓਵਮ। ਠੀਕ ਹੈ, ਸੋ ਮੈਚੁਰ ਫੋਲੀਕਲ ਜਿਹੜਾ ਡਿਵੈਲਪ ਹੁੰਦਾ ਪਿਆ ਸੀ, ਪ੍ਰਾਇਮਰੀ ਫੋਲੀਕਲਸ ਤੋਂ ਮੈਚੁਰ ਹੋਇਆ ਸੀਗਾ, ਉਹਦੇ ਵਿੱਚ ਓਵਮ ਸੀਗਾ ਆਪਣਾ, ਉਹਦੀ ਬ੍ਰੇਕਡਾਊਨ ਹੁੰਦੀ ਹੈ ਵਾਲ ਗ੍ਰੈਫੀਅਨ ਫੋਲੀਕਲ ਦੀ, ਤੇ ਉਹ ਕੀ ਰਿਲੀਜ਼ ਕਰਦੀ ਹੈ, ਆਪਣਾ ਓਵਮ। ਬਟ ਰਿਮੈਂਬਰ, ਜਿਵੇਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ, ਆਹ ਜਿਹੜਾ ਓਵਮ ਹੈ ਫਾਈਨਲੀ ਇਹ ਪੂਰੀ ਤਰ੍ਹਾਂ ਨਹੀਂ ਬਣਿਆ ਹੈ, ਪੂਰੀ ਤਰ੍ਹਾਂ ਓਵਮ ਨਹੀਂ ਬਣਿਆ ਹੈ, ਇਹਨੂੰ ਆਪਾਂ ਕੀ ਕਹਾਂਗੇ, ਸੈਕੰਡਰੀ ਓਸਾਈਟ। ਠੀਕ ਹੈ, ਸੋ ਹੁਣ ਓਵੂਲੇਸ਼ਨ ਫੇਜ਼ ਹੋ ਗਿਆ ਹੈ ਨਾ, ਆਪਾਂ ਓਵੂਲੇਸ਼ਨ ਦੇਖ, ਦੈਟ ਮੀਨਸ ਰਿਲੀਜ਼ ਆਫ ਓਵਮ, ਦੈਟ ਇਜ਼ ਓਵੂਲੇਸ਼ਨ ਵੇਖ ਲਿਆ ਡਿਊਰਿੰਗ 14th ਡੇ। ਇਸ ਤੋਂ ਬਾਅਦ ਜਿਹੜੀ ਓਵੂਲੇਟਰੀ ਫੇਜ਼ ਆ ਜਿਹੜੀ ਆਪਣੀ, ਇਟ ਇਜ਼ ਫੋਲੋਡ ਬਾਏ ਲਿਊਟਲ ਫੇਜ਼। ਦੈਟ ਮੀਨਸ ਜਿਹੜੀ ਫੋਲੀਕੂਲਰ ਫੇਜ਼ ਤੋਂ ਬਾਅਦ ਆਪਣੀ ਜਿਹੜੀ ਆਪਣੀ ਓਵੂਲੇਟਰੀ ਫੇਜ਼ ਆਈ ਆ ਡਿਊਰਿੰਗ ਓਵੂਲੇਸ਼ਨ, ਇਹ ਇਸ ਤੋਂ ਬਾਅਦ ਕਿਹੜੀ ਫੇਜ਼ ਆਊਗੀ, 3rd ਫੇਜ਼, ਦੈਟ ਇਜ਼ ਲਿਊਟਲ ਫੇਜ਼। ਹੁਣ ਕੀ ਹੋਊਗਾ, ਜਿਹੜਾ ਗ੍ਰੈਫੀਅਨ ਫੋਲੀਕਲ ਆਪਣਾ ਬਚ ਗਿਆ ਹੈ, ਠੀਕ ਹੈ, ਜਿਹੜਾ ਗ੍ਰੈਫੀਅਨ ਫੋਲੀਕਲ ਆਪਣਾ ਬਚ ਗਿਆ ਹੈ
ओवम तो ने रिलीज़ करता, बट जिहड़ा बच गया है उहदा पार्ट वो ग्राफियन फॉलिकल जिहड़ा है वो किहदे विच चेंज होगा, इट विल गेट ट्रांसफॉर्म इनटू कार्पस ल्यूटियम। वो किहदे विच चेंज होगा, इट विल बिकम कार्पस ल्यूटियम, वो कार्पस ल्यूटियम बन जूगा। ठीक है, हुण आ जिहड़ा कार्पस ल्यूटियम है इहदी स्पैशल पॉइंट की है कि इट सिक्रीट्स लार्ज अमाउंट ऑफ प्रोजेस्टेरॉन हारमोन। सो हारमोनल लैवल दे विच भी मैं तुहानूं इहदे बारे दस्सिया सीगा, कार्पस ल्यूटियम की सिक्रीट करदा है, बहुत ज़्यादा अमाउंट दे विच वो की सिक्रीट करूगा, प्रोजेस्टेरॉन हारमोन। आ जिहड़ा प्रोजेस्टेरॉन हारमोन है बहुत इंपॉर्टेंट हारमोन है फॉर प्रेगनेंसी। ठीक है, इट इज़ वेरी वेरी एसेंशियल फॉर मेनटेनेंस ऑफ द एंडोमैट्रियम, क्योंकि प्रेगनेंसी के लिए एंडोमैट्रियम की लेयर बहुत जरूरी है ताकि उत्थे आके जाइगोट की इंप्लांटेशन होवे। सो जाइगोट की इंप्लांटेशन यू नो दैट कि जे मान लो जिहड़ा स्पर्म है ओवम दे नाल उहदी फ्यूजन हुई आके उहदी इंप्लांटेशन कित्थे जाके वो अटैच होगा यूट्रस दे विच, फलैपियन ट्यूब के एंड दे विच ते उहदी है ना उहदी फर्टिलाइजेशन हुई, बट अटैच कित्थे आके होगा वो यूट्रस की एंडोमैट्रियम लेयर दे विच जाइगोट के रूप च। अगे उहदे विच जो भी जिवें एम्ब्रियो बनूगा, जो भी उहदे विच चेंजिस होणगे वो उत्थे ही होणगे। सो एंडोमैट्रियम की जिहड़ी है वो लेयर जिहड़ी बहुत इंपॉर्टेंट आ फॉर द इंप्लांटेशन ऑफ डेवलपिंग एम्ब्रियो। ठीक है, फ्रॉम जाइगोट। सो हुण की होगा, कार्पस ल्यूटियम है जिहड़ा अपना कार्पस ल्यूटियम जिहड़ा वो डेवलप हो गया। कार्पस ल्यूटियम की सी मैच्योर जिहड़ा फॉलिकल ग्राफियन फॉलिकल दी उहदा रिमेनिंग पार्ट सी ओवम रिलीज़ होने तो बाद। इहदे विच हुण की ज़्यादा किहड़ा हारमोन दा लेवल ज़्यादा हो गया, प्रोजेस्टेरॉन, जो कि बहुत इंपॉर्टेंट हारमोन आ, जो कि अपनी एंडोमैट्रियम की मेनटेनेंस लिए बहुत एसेंशियल आ। सो वी नो दैट endometrium is very necessary for implantation of the fertilized ovum and other events of pregnancy. During pregnancy all the events of the menstrual cycle stop। ठीक है, ਜਿਹੜੇ ਵੀ ਇਵੈਂਟਸ ਹੁੰਦੀਆਂ ਨੇ ਜਦੋਂ ਮੰਨ ਲਓ ਕਿ ਪ੍ਰੈਗਨੈਂਸੀ ਹੋ ਗਈ, ਜੇ ਮੰਨ ਲਓ ਓਵਮ ਦੀ ਫਰਟੀਲਾਈਜੇਸ਼ਨ ਹੋ ਗਈ ਸਪਰਮ ਦੇ ਨਾਲ, ਉਹ ਜ਼ਾਈਗੋਟ ਵਿੱਚ ਕਨਵਰਟ ਹੋ ਗਿਆ, ਅੱਗੇ ਉਹਦੇ ਵਿੱਚ ਜਿਹੜੇ ਵੀ ਚੇਂਜਸ ਆਉਂਦੇ ਆ ਉਦੋਂ ਕੀ ਹੋਊਗਾ, ਦੈਟ ਮੀਨਸ ਕਿ ਪ੍ਰੈਗਨੈਂਸੀ ਕਨਫਰਮਡ ਹੋ ਗਈ ਹੈ। ਜਦੋਂ ਪ੍ਰੈਗਨੈਂਸੀ ਹੋ ਗਈ ਜਿੰਨੇ ਵੀ ਮੈਂਸਟਰਲ ਸਾਈਕਲ ਦੇ ਬਾਕੀ ਜਿਹੜੇ ਵੀ ਚੇਂਜਸ ਆਉਂਦੇ ਨੇ ਉਹ ਸਾਰੇ ਸਟਾਪ ਹੋ ਜਾਣਗੇ, ਮੈਂਸਟਰੂਏਸ਼ਨ ਸਾਈਕਲ ਨਹੀਂ ਆਊਗਾ ਅਪ ਟੂ 9 ਮੰਥ। ਬਟ ਜੇ ਮੰਨ ਲਓ कि ओवम फर्टिलाइज नहीं होया, इन द एबसेंस ऑफ फर्टिलाइजेशन की होगा, आ जिहड़ी अपनी कार्पस ल्यूटियम आ इहदा की होगा, इट विल गेट डीजनरेट, ये ब्रेक डाउन हो जूगी। ठीक है, डीजनरेट होने लग जूगी है। सो जे तो फर्टिलाइजेशन हो जाती है वैल एंड गुड, फिर की होगा मैंस्ट्रुएशन फेज स्टार्ट नहीं होगी, उदों की होगा इन केस ऑफ प्रैगनेंसी आ जिहड़ा कार्पस ल्यूटियम आ विद हाई लैवल ऑफ प्रोजेस्टेरॉन वो एज लॉन्ग एज जब तक प्रैगनेंसी के 9 मंथ तद तक एज इट इज़ रहूगा। ठीक है, प्रैगनेंसी मेनटेन करके रहूगा। बट जो फर्टिलाइजेशन नहीं होंगी इन दैट केस कि वो कार्पस ल्यूटियम डीजनरेट कर जू, ब्रेक हो जू, एंड दिस कॉजेस डिसइंटीग्रेशन ऑफ द एंडोमैट्रियम लीडिंग टू मैंस्ट्रुएशन। ये नाल की होगा, जी अपनी एंडोमैट्रियम लेयर है ब्रेकडाउन होना स्टार्ट हो जाऊगा तो मैंस्ट्रुअल साइकिल फिर स्टार्ट हो जाएगा, दैट मीन्स न्यू साइकिल विल अगेन स्टार्ट। सो दिस इज़ अबाउट मैंस्ट्रुअल साइकिल। वन मोर थिंग आई वुड लाइक टू टेल यू, आफ्टर ऑफ द एज 45 to 50 ईयर्स की एज तो बाद कह लो मैंस्ट्रुअल साइकिल जिहड़े वो सीज़ हो जाते हैं, स्टॉप हो जाते हैं। इनू आपां की कहांगे, मैनोपॉज। ठीक है, सो मेनोपॉज दैट मीन्स मेंस्ट्रुअल साइकिल विल गेट सीज, स्टॉप। So this cyclic menstruation is an indicator of normal reproductive phase। ठीक है, आ जिहड़ा cyclic menstruation period आउंदा है ये की इंडिकेट करता है कि ये एक फीमेल का नॉर्मल रिप्रोडक्टिव फेज इंडिकेट करता है, तो ये मिनैज तो स्टार्ट होकर मेनोपॉज तक रहिंदा है। दिस इज़ अबाउट मेंस्ट्रुअल साइकिल। थैंक यू।